Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਪੂਰਬੀ ਮਹਿਲਾ ਚੌਥਾ। ਜਗ ਜੀਵਨ ਅਪਰੰਪਰ ਸੁਆਮੀ ਜਗਦੀਸਰ ਪੁਰਖ ਵਿਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ। ਜੋ ਪਹਿਲੀ ਪੰਕਤੀ ਹੈ ਉਹਦੇ ਵਿੱਚ ਸਾਰੇ ਹੀ ਸ਼ਬਦ ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਨੇ। ਭਾਵੇਂ ਉਹ ਜਗ ਜੀਵਨ ਸ਼ਬਦ ਹੈ ਜਿਹਦੇ ਵਿੱਚ ਪਰਮਾਤਮਾ ਨੂੰ ਇਸ ਜਗਤ ਦਾ ਜੀਵਨ ਦਾਤਾ ਕਿਹਾ ਗਿਆ ਹੈ। ਅਪਰੰਪਾਰ ਤੋਂ ਭਾਵ ਕਿ ਉਹ ਬੇਅੰਤ ਹੈ, ਉਹ ਸੁਆਮੀ ਹੈ, ਉਹ ਜਗਤ ਦਾ ਈਸ਼ਵਰ ਹੈ, ਜਗਦੀਸ਼ਰ। ਉਹ ਵਿਧਾਤਾ ਪੁਰਖ ਹੈ, ਸਰਬ ਵਿਆਪਕ ਹੈ, ਸਿਰਜਣਹਾਰਾ ਹੈ। ਇਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ, ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ। ਕਿ ਸਾਨੂੰ ਜਿਹੜੇ ਮਾਰਗ ਤੇ ਚੱਲਣ ਲਈ ਤੂੰ ਪ੍ਰੇਰਦਾ ਹੈ ਅਸੀਂ ਉਸੇ ਹੀ ਮਾਰਗ ਦੇ ਉੱਤੇ ਚੱਲਦੇ ਹਾਂ। ਰਾਮ ਮੇਰਾ ਮਨ ਹਰ ਸੇਤੀ ਰਾਤੇ, ਹੇ ਰਾਮ ਮੇਰੇ ਉੱਤੇ ਮਿਹਰ ਕਰ ਕਿ ਮੇਰਾ ਮਨ ਤੇਰੇ ਰਾਮ ਦੇ ਵਿੱਚ ਰੰਗਿਆ ਜਾਏ। ਸਤ ਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੈ ਨਾਮ ਸਮਾਤੇ ਰਹਾਉ। ਜਿਨ੍ਹਾਂ ਸੰਗਤਾਂ ਨੇ ਸਤ ਸੰਗਤ ਦੇ ਵਿੱਚ ਮਿਲ ਕੇ, ਸਤ ਸੰਗਤ ਦੇ ਵਿੱਚ ਸ਼ਿਰਕਤ ਕਰਕੇ ਉਸ ਰਾਮ ਦਾ, ਉਸ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ, ਨਾਮ ਰਸ ਪ੍ਰਾਪਤ ਕਰ ਲਿਆ ਹੈ। ਸਤ ਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੈ ਨਾਮ ਸਮਾਤੇ। ਉਹ ਫਿਰ ਉਸ ਨਾਮ ਦੇ ਵਿੱਚ ਹੀ ਸਮਾਏ ਰਹਿੰਦੇ ਹਨ, ਉਹਦੇ ਵਿੱਚ ਹੀ ਮਸਤ ਰਹਿੰਦੇ ਹਨ। ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ। ਤਿਨਕੇ ਪਾਪ ਦੋਖ ਸਭ ਬਿਨਸੇ, ਜੋ ਗੁਰਮਤਿ ਰਾਮ ਰਸ ਖਾਤੇ। ਉਸ ਪਰਮਾਤਮਾ ਦਾ ਨਾਮ ਹਰ ਹਰ ਨਾਮ ਹਰ ਹਰ ਜਗ ਅਵਖਦ, ਇਸ ਸੰਸਾਰ ਦੇ ਉੱਪਰ ਹਰ ਬਿਮਾਰੀ ਦੀ ਦਵਾਈ ਹੈ। ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ। ਮਨ ਦੀ ਸ਼ਾਂਤੀ ਬਖਸ਼ਣ ਵਾਲਾ ਵੀ ਉਹਦਾ ਨਾਮ ਹੀ ਹੈ। ਤਿਨਕੇ ਪਾਪ ਦੋਖ ਸਭ ਬਿਨਸੇ, ਜੋ ਗੁਰਮਤਿ ਰਾਮ ਰਸ ਖਾਤੇ। ਜਿਹੜੇ ਗੁਰੂ ਦੀ ਮੱਤ ਦੇ ਉੱਤੇ ਚੱਲ ਕੇ ਉਸ ਪਰਮਾਤਮਾ ਦਾ ਨਾਮ ਚੱਖਦੇ ਹਨ, ਉਹਨਾਂ ਦੇ ਸਾਰੇ ਹੀ ਪਾਪ, ਉਹਨਾਂ ਦੇ ਸਾਰੇ ਹੀ ਦੁੱਖ ਬਿਨਸ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਜਿਨ ਕੋ ਲਿਖਤ ਲਿਖੇ ਧੁਰ ਮਸਤਕ, ਤੇ ਗੁਰ ਸੰਤੋਖ ਸਰ ਨਾਤੇ। ਜਿਨ੍ਹਾਂ ਦੇ ਮੱਥਿਆਂ ਦੇ ਉੱਪਰ ਪਰਮਾਤਮਾ ਨੇ ਧੁਰ ਤੋਂ ਹੀ, ਧੁਰ ਦਰਗਾਹ ਤੋਂ ਹੀ ਚੰਗੇ ਲੇਖ, ਭਗਤੀ ਦੇ ਲੇਖ ਲਿਖੇ ਹਨ, ਉਹ ਸੰਤੋਖ ਰੂਪੀ ਸਮੁੰਦਰ ਦੇ ਵਿੱਚ, ਸੰਤੋਖ ਸਰ ਨਾਤੇ, ਸੰਤੋਖ ਰੂਪੀ ਸਮੁੰਦਰ ਦੇ ਵਿੱਚ ਇਸ਼ਨਾਨ ਕਰ ਲੈਂਦੇ ਹਨ। ਅਤੇ ਅਜਿਹਾ ਕਰਕੇ ਦੁਰਮਤ ਮੈਲ ਗਈ ਸਭ ਤਿਨ ਕੀ, ਜੋ ਰਾਮ ਨਾਮ ਰੰਗ ਰਾਤੇ। ਅਜਿਹਾ ਕਰਕੇ ਉਹ ਰਾਮ ਦੇ ਨਾਮ ਦੇ ਵਿੱਚ, ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ। ਤੇ ਉਹਨਾਂ ਦੀ ਜੋ ਭੈੜੀ ਮੱਤ ਹੈ, ਦੁਰਮਤ ਭਾਵ ਭੈੜੀ ਮੱਤ, ਭੈੜੀ ਮੱਤ ਦੀ ਜੋ ਮੈਲ ਹੈ ਉਹ ਦੂਰ ਹੋ ਜਾਂਦੀ ਹੈ। ਸੋ ਇਹਨਾਂ ਪਿਛਲੀਆਂ 4 ਪੰਕਤੀਆਂ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਜੋ ਪਰਮਾਤਮਾ ਦਾ ਨਾਮ ਹੈ ਉਹ ਹਰ ਮਰਜ਼ ਦੀ ਦਵਾ ਹੈ, ਉਹ ਸਾਡੇ ਮਨ ਨੂੰ ਸ਼ਾਂਤੀ ਬਖਸ਼ਣ ਵਾਲਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਉਹਦੇ ਨਾਮ ਦੇ ਵਿੱਚ ਰੰਗ ਲੈਂਦੇ ਹਾਂ ਤਾਂ ਸਾਡੇ ਸਾਰੇ ਦੁੱਖ, ਸਾਡੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਅਜਿਹਾ ਹੋ ਜਾਂਦਾ ਹੈ ਕਿ ਜਿਵੇਂ ਅਸੀਂ ਸੰਤੋਖ ਦੇ ਸਾਗਰ ਦੇ ਵਿੱਚ ਇਸ਼ਨਾਨ ਕਰ ਲਿਆ ਹੋਵੇ। ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ, ਤੁਮ ਜੇਵੜ ਅਵਰ ਨਾ ਦਾਤੇ। ਕਹਿੰਦੇ ਹੇ ਰਾਮ ਤੂੰ ਆਪੇ ਆਪ ਹੀ ਸਾਰੇ ਜੀਵਾਂ ਦਾ ਸੁਆਮੀ ਹੈ, ਸਾਰਿਆਂ ਦਾ ਠਾਕੁਰ ਹੈ, ਮਾਲਕ ਹੈ। ਤੇਰੇ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਹੈ ਇਸ ਸੰਸਾਰ ਦੇ ਵਿੱਚ। ਜਨ ਨਾਨਕ ਨਾਮ ਲਏ ਤਾਂ ਜੀਵੈ, ਹਰ ਜਪੀਐ ਹਰ ਕਿਰਪਾ ਤੇ। ਜੋ ਪਹਿਲੀ ਪੰਕਤੀ ਹੈ ਉਹਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜੋ ਦਾਸ ਨਾਨਕ ਹੈ ਉਹ ਤਾਂ ਹੀ ਜਿਉਂਦਾ ਹੈ ਜੇਕਰ ਉਹ ਉਸ ਪਰਮਾਤਮਾ ਦਾ ਨਾਮ ਲੈਂਦਾ ਹੈ ਤਾਂ।
ਜਨ ਨਾਨਕ ਨਾਮ ਲਏ ਤਾਂ ਜੀਵੈ। ਜੇ ਉਹ ਉਸ ਪਰਮਾਤਮਾ ਦਾ ਨਾਮ ਨਾ ਲਏ ਤਾਂ ਆਪਣੇ ਆਪ ਨੂੰ ਆਤਮਕ ਮੌਤ ਤੇ ਮਰਿਆ ਸਮਝਦਾ ਹੈ। ਹਰ ਜਪੀਐ ਹਰ ਕਿਰਪਾ ਤੇ, ਪਰ ਕਹਿੰਦੇ ਜੋ ਉਸ ਪਰਮਾਤਮਾ ਦਾ ਨਾਮ ਹੈ ਉਹ ਉਹਦੀ ਕਿਰਪਾ ਦੇ ਨਾਲ ਹੀ ਜਪਿਆ ਜਾਂਦਾ ਹੈ। ਜਿਸ ਮਨੁੱਖ ਦੇ ਉੱਪਰ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹੀ ਉਸ ਪਰਮਾਤਮਾ ਦਾ ਨਾਮ ਜਪਦਾ ਹੈ। ਤੇ ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ ਹੁੰਦੀ ਉਹ ਹੋਰਨਾਂ ਮਾਰਗਾਂ ਤੇ ਚੱਲਦੇ ਰਹਿੰਦੇ ਹਨ। ਕਿਉਂਕਿ ਪਹਿਲੀਆਂ ਹੀ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਕਿਹਾ ਕਿ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ। ਜਿਹੜੇ ਮਾਰਗ ਤੇ ਸਾਨੂੰ ਉਹ ਪਰਮਾਤਮਾ ਤੋਰਦਾ ਹੈ ਅਸੀਂ ਉਸੇ ਹੀ ਮਾਰਗ ਤੇ ਤੁਰ ਪੈਂਦੇ ਹਾਂ। ਗੌੜੀ ਪੂਰਬੀ ਮਹਿਲਾ ਚੌਥਾ। ਕਰੋ ਕਿਰਪਾ ਜਗ ਜੀਵਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ। ਸਤਿਗੁਰ ਬਚਨ ਦਿਓ ਅਤ ਨਿਰਮਲ, ਜਪ ਹਰ 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 ਮਨ ਮਾਚੇ। ਕਹਿੰਦੇ ਹੇ ਜਗ ਜੀਵਨ, ਹੇ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ, ਹੇ ਦਾਤਾਰ ਪ੍ਰਭੂ, ਮੇਰੇ ਤੇ ਕਿਰਪਾ ਕਰੋ ਕਿ ਮੇਰਾ ਮਨ ਤੇਰੀ ਯਾਦ ਦੇ ਵਿੱਚ ਲੱਗਿਆ ਰਹੇ, ਮੇਰਾ ਮਨ ਤੇਰੇ ਨਾਮ ਦੇ ਵਿੱਚ ਰਚਿਆ ਰਹੇ, ਉਹਦੇ ਵਿੱਚ ਮਸਤ ਰਹੇ, ਮੇਰਾ ਮਨ ਹਰ ਸੇਤੀ ਰਾਚੇ। ਤੇ ਅਗਲੀ ਹੀ ਪੰਕਤੀ ਦੇ ਵਿੱਚ ਕਹਿੰਦੇ ਹਨ ਸਤਿਗੁਰ ਬਚਨ ਦਿਓ ਅਤ ਨਿਰਮਲ, ਕਿ ਮੈਨੂੰ ਮੇਰੇ ਸੱਚੇ ਗੁਰੂ ਨੇ ਇੱਕ ਪਵਿੱਤਰ ਬਚਨ ਦੇ ਦਿੱਤਾ ਹੈ, ਉਪਦੇਸ਼ ਦੇ ਦਿੱਤਾ ਹੈ, ਉਹ ਮੈਂ ਮੰਨ ਲਿਆ ਹੈ ਤੇ ਹੁਣ ਜਪ ਹਰ 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 ਮਨ ਮਾਚੇ। ਹੁਣ ਮੈਂ ਉਸ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ ਤੇ ਮੇਰੇ ਮਨ ਜੋ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਰਾਮ ਮੇਰਾ ਮਨ ਤਨ ਵੇਦ ਲਿਓ ਹਰ ਸਾਚੇ। ਕਹਿੰਦੇ ਹੇ ਮੇਰੇ ਰਾਮ, ਮੇਰੇ ਪ੍ਰਮਾਤਮਾ, ਮੇਰੇ ਸੱਚੇ ਹਰੀ, ਮੇਰੇ ਸੱਚੇ ਪ੍ਰਭੂ, ਤੂੰ ਮੇਰਾ ਮਨ ਅਤੇ ਤਨ ਆਪਣੇ ਚਰਨਾਂ ਦੇ ਵਿੱਚ ਬਿੰਨ ਲਿਆ ਹੈ। ਜਿਹ ਕਾਲ ਕੈ ਮੁਖ ਜਗਤ ਸਭ ਗ੍ਰਸਿਆ, ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ। ਰਹਾਓ। ਕਹਿੰਦੇ ਜਿਹੜੇ ਆਤਮਕ ਮੌਤ ਦੇ ਵਿੱਚ, ਆਤਮਕ ਮੌਤ ਰੂਪੀ ਕਾਲ ਦੇ ਮੂੰਹ ਦੇ ਵਿੱਚ ਸਾਰਾ ਹੀ ਜੋ ਜਗਤ ਹੈ ਉਹ ਗ੍ਰਸਿਆ ਹੋਇਆ ਹੈ, ਸੱਚੇ ਗੁਰੂ ਦੇ ਉਪਦੇਸ਼ ਦੇ ਕਰਕੇ ਮੈਂ ਉਸ ਦੇ ਮੂੰਹ ਵਿੱਚ ਜਾਣੋ ਬਚ ਗਿਆ ਹਾਂ। ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ। ਮੈਂ ਉਸ ਕਾਲ ਦੇ ਮੂੰਹ ਵਿੱਚ ਜਾਣੋ ਬਚ ਗਿਆ ਹਾਂ, ਕਿਉਂਕਿ ਮੇਰੇ ਕੋਲ ਉਸ ਸੱਚੇ ਗੁਰੂ ਦਾ ਬਚਨ ਸੀ, ਉਹਦਾ ਉਪਦੇਸ਼ ਸੀ। ਹੁਣ ਇਹ ਕਾਲ ਕੀ ਹੈ? ਅਸੀਂ ਹਮੇਸ਼ਾ ਹੀ ਜੋ ਯੁੱਗ ਅੱਜ ਕੱਲ੍ਹ ਚੱਲ ਰਿਹਾ ਹੈ ਉਹਨੂੰ ਅਸੀਂ ਕਲਯੁੱਗ ਕਹਿੰਦੇ ਹਾਂ। ਕਲਯੁੱਗ ਭਾਵ ਕਾਲ ਦਾ ਯੁੱਗ। ਇਹ ਕਾਲ ਕੀ ਹੈ? ਇਹ ਕਾਲ ਹੋਰ ਕੁਝ ਨਹੀਂ ਬਲਕਿ ਪਦਾਰਥਵਾਦ ਦੀ ਲਾਲਸਾ ਹੀ ਹੈ। ਅੱਜ ਦੇ ਜਗਤ ਦੇ ਵਿੱਚ ਪਦਾਰਥਵਾਦ ਪਹਿਲ 'ਤੇ ਹੈ। ਸਾਰੇ ਹੀ ਮਨੁੱਖਾਂ ਨੂੰ ਪਦਾਰਥ ਧਨ ਇਕੱਠੇ ਕਰਨ ਦੀ ਹੋੜ ਲੱਗੀ ਹੋਈ ਹੈ। ਇਸੇ ਲਈ ਇਹ ਕਲਯੁੱਗ ਹੈ। ਇਸੇ ਲਈ ਸਾਰਾ ਜਗਤ ਕਾਲ ਦੇ ਮੂੰਹ ਦੇ ਵਿੱਚ ਗ੍ਰਸਿਆ ਹੋਇਆ ਹੈ। ਤੇ ਬਚਿਆ ਕੌਣ ਹੈ? ਜਿਹਦੇ ਕੋਲ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਬਚਨ ਹੈ। ਉਹ ਉਸ ਕਾਲ ਦੇ ਮੂੰਹ ਵਿੱਚ ਜਾਣੋ ਬਚ ਗਿਆ ਹੈ। ਤੇ ਉਹਦਾ ਫਾਇਦਾ ਕੀ ਹੈ? ਕਿ ਉਹ ਸ਼ਾਂਤ ਰਹਿੰਦਾ ਹੈ, ਮਨ ਦੀਆਂ ਦੁਵਿਧਾਵਾਂ ਤੋਂ ਦੂਰ ਰਹਿੰਦਾ ਹੈ, ਬਚਿਆ ਰਹਿੰਦਾ ਹੈ। ਉਹਨੂੰ ਬੁਰਾ ਨਹੀਂ ਲੱਗਦਾ ਇਹ ਦੇਖ ਕੇ ਕਿ ਮੇਰੇ ਕੋਲੇ ਮਹਿਲਾਂ ਵਰਗਾ ਘਰ ਨਹੀਂ ਜਾਂ ਮੇਰੇ ਕੋਲੇ ਕੋਈ ਵੱਡੀ ਕਾਰ ਨਹੀਂ। ਉਹਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਮੈਂ ਆਪਣਾ ਜੀਵਨ ਸੁਖੀ ਬਤੀਤ ਕਰ ਰਿਹਾ ਹਾਂ। ਮੈਨੂੰ ਖਾਣ ਨੂੰ ਰੋਟੀ ਮਿਲ ਜਾਂਦੀ ਹੈ, ਪਹਿਨਣ ਨੂੰ ਕੱਪੜਾ ਮਿਲ ਜਾਂਦਾ ਹੈ, ਰਹਿਣ ਨੂੰ ਮੇਰੇ ਸਿਰ ਦੇ ਉੱਪਰ ਛੱਤ ਹੈ। ਬਸ ਇੰਨਾ ਕੁਝ ਉਹਦੇ ਕੋਲ ਹੈ, ਉਹ ਖੁਸ਼ ਹੈ। ਤੇ ਯਕੀਨ ਮੰਨਿਓ ਸਾਧ ਸੰਗਤ ਜੀ, ਜੋ ਸਬਰ ਹੈ ਉਹ ਥੋੜ੍ਹੇ 'ਤੇ ਹੀ ਆਉਂਦਾ ਹੈ। ਜਿਹਨੇ ਥੋੜ੍ਹੇ 'ਤੇ ਸਬਰ ਕਰ ਲਿਆ ਤੇ ਕਰ ਲਿਆ, ਬਹੁਤੇ ਦੀ ਲਾਲਸਾ ਦੇ ਵਿੱਚ ਜਦੋਂ ਮਨੁੱਖ ਪੈ ਜਾਂਦਾ ਹੈ ਤਾਂ ਸਬਰ ਨਹੀਂ ਕਰ ਪਾਉਂਦਾ, ਫੇਰ ਸਬਰ ਨਹੀਂ ਆਉਂਦਾ। ਜਦੋਂ ਤੁਸੀਂ ਸੋਚਦੇ ਹੋ ਕਿ ਬਸ ਇਹ ਹਾਸਲ ਕਰ ਲਈਏ ਫੇਰ ਮੈਂ ਸਬਰ ਕਰ ਲਵਾਂਗਾ, ਉਹ ਬਹੁਤ ਮੁਸ਼ਕਿਲ ਹੈ। ਕਿਉਂਕਿ ਜਦੋਂ ਤੁਸੀਂ ਉਹ ਹਾਸਲ ਕਰ ਲੈਂਦੇ ਹੋ ਤਾਂ ਫਿਰ ਅੱਗੇ ਦੀ ਲਾਲਸਾ ਵੱਧ ਜਾਂਦੀ ਹੈ, ਫਿਰ ਤੁਸੀਂ ਰੋਕ ਨਹੀਂ ਪਾਉਂਦੇ ਆਪਣੇ ਆਪ ਨੂੰ। ਸੋ ਜੇ ਸਬਰ ਕਰਨਾ ਹੈ ਤਾਂ ਥੋੜ੍ਹੇ 'ਤੇ ਹੀ ਕਰ ਲਵੋ। ਬਹੁਤੇ 'ਤੇ ਕਰਨ ਦੀ ਸੋਚੋਗੇ ਤੇ ਕਦੇ ਵੀ ਸਬਰ ਨਹੀਂ ਕਰ ਪਾਉਂਗੇ। ਅੱਗੇ ਚੱਲਦੇ ਹਾਂ। ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਕਤ ਮੂੜ ਨਰ ਕਾਚੇ। ਤਿਨ ਕੋ ਜਨਮ ਮਰਨ ਅਤ ਭਾਰੀ, ਵਿੱਚ ਵਿਸਟਾ ਮਰ ਮਰ ਪਾਚੇ। ਪਿਛਲੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਕਿਹਾ
ਕਿ ਸਾਰਾ ਜਗਤ ਕਾਲ ਦੇ ਮੂੰਹ ਦੇ ਵਿੱਚ ਗਰਸਿਆ ਹੋਇਆ ਹੈ, ਤੇ ਜਿਨ੍ਹਾਂ ਕੋਲ ਗੁਰੂ ਦੇ ਉਪਦੇਸ਼ ਹਨ ਉਹ ਬਚ ਜਾਂਦੇ ਨੇ, ਤੇ ਜਿਹੜੇ ਨਹੀਂ ਬਚਦੇ, ਜਿਨ੍ਹਾਂ ਕੋਲ ਗੁਰੂ ਦੇ ਉਪਦੇਸ਼ ਨਹੀਂ ਹਨ, ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਜਿਨ੍ਹਾਂ ਦੀ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤ ਨਹੀਂ ਜੁੜੀ ਹੋਈ, ਤੇ ਸਾਕਤ ਮੂੜ ਨਰ ਕਾਚੇ, ਉਹ ਕਮਜ਼ੋਰ ਜੀਵਨ ਵਾਲੇ ਮਨੁੱਖ, ਉਹ ਮਾਇਆ ਦੇ ਵਿਹੜੇ ਫਸੇ ਹੋਏ ਮਨੁੱਖ ਸਦਾ ਆਤਮਿਕ ਮੌਤ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ। ਤਿਨ ਕੋ ਜਨਮ ਮਰਨ ਅਤ ਭਾਰੀ, ਉਹ ਜਨਮ ਮਰਨ ਦੇ ਗੇੜ ਦੇ ਵਿੱਚ ਫਸੇ ਰਹਿੰਦੇ ਹਨ, ਵਿੱਚ ਵਿਸਟਾ ਮਰ ਪਾਚੇ, ਮਾਇਆ ਰੂਪੀ ਗੰਧ ਦੇ ਵਿੱਚ ਹੀ ਉਹ ਮਰਦੇ ਰਹਿੰਦੇ ਹਨ। ਤੁਮ ਦਇਆਲ ਸਰਨ ਪ੍ਰਤਪਾਲਕ, ਮੋਹ ਕਉ ਦੀਜੈ ਦਾਨ ਹਰ ਹਮ ਜਾਚੇ। ਹੇ ਪ੍ਰਮਾਤਮਾ, ਤੁਸੀਂ ਦਇਆਵਾਨ ਹੋ, ਦਇਆਲ ਹੋ, ਸਰਨ ਪ੍ਰਤਪਾਲਕ ਭਾਵ ਤੁਸੀਂ ਆਪਣੀ ਸ਼ਰਨ ਦੇ ਵਿੱਚ ਆਇਆ ਹੋਇਆਂ ਦੀ ਰੱਖਿਆ ਕਰਨ ਵਾਲੇ ਹੋ। ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਹਮ ਜਾਚੇ ਭਾਵ ਮੈਂ ਤੁਹਾਡੇ ਪਾਸੋਂ ਤੁਹਾਡੇ ਨਾਮ ਦੀ ਦਾਤ ਮੰਗਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦਿਓ। ਹਰ ਕੇ ਦਾਸ ਦਾਸ ਹਮ ਕੀਜੈ, ਮਨ ਨਿਰਤ ਕਰੇ ਕਰ ਨਾਚੇ। ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲੈ, ਇੰਨੀ ਮੇਰੇ ਉੱਪਰ ਮਿਹਰ ਕਰ ਦੇ। ਜੇ ਅਜਿਹਾ ਹੋ ਜਾਏ ਤਾਂ ਮੇਰਾ ਮਨ ਹਮੇਸ਼ਾ ਹੀ ਆਨੰਦਿਤ ਰਹੇ, ਹਮੇਸ਼ਾ ਹੀ ਨਾਚ ਕਰਦਾ ਰਹੇ ਤੁਹਾਡੇ ਨਾਮ ਦੇ ਰਸ ਦੇ ਵਿੱਚ ਲੱਗ ਕੇ। ਆਪੇ ਸਾਹ ਵੱਡੇ ਪ੍ਰਭ ਸੁਆਮੀ, ਹਮ ਬਨਜਾਰੇ ਹੈ ਤਾਚੇ। ਉਹ ਪ੍ਰਮਾਤਮਾ ਖੁਦ ਹੀ ਮਾਲਕ ਹੈ, ਖੁਦ ਹੀ ਸੁਆਮੀ ਹੈ, ਅਸੀਂ ਤੇ ਸਿਰਫ ਉਸ ਸੁਆਮੀ ਵੱਲੋਂ ਭੇਜੇ ਹੋਏ ਵਣਜਾਰੇ ਹਾਂ, ਵਪਾਰੀ ਹਾਂ। ਮੇਰਾ ਮਨ ਤਨ ਜੀਓ ਰਾਸ ਸਭ ਤੇਰੀ, ਜਨ ਨਾਨਕ ਕੇ ਸਾਹ ਪ੍ਰਭ ਸਾਚੇ। ਹੇ ਦਾਸ ਨਾਨਕ ਦੇ ਸੱਚੇ ਪ੍ਰਭੂ, ਜਨ ਨਾਨਕ ਕੇ ਸਾਹ ਪ੍ਰਭ ਸਾਚੇ ਭਾਵ ਹੇ ਦਾਸ ਨਾਨਕ ਦੇ ਸੱਚੇ ਪ੍ਰਭੂ, ਮੇਰਾ ਮਨ ਤਨ ਜੀਓ ਰਾਸ ਸਭ ਤੇਰੀ। ਮੇਰਾ ਮਨ, ਮੇਰਾ ਤਨ, ਮੇਰੀ ਜਿੰਦ ਸਾਰੀ ਹੀ ਤੇਰੇ ਵੱਲੋਂ ਬਖਸ਼ੀ ਹੋਈ ਰਾਸ ਪੂੰਜੀ ਹਨ, ਮੇਰਾ ਆਪਣਾ ਕੁਝ ਵੀ ਨਹੀਂ ਹੈ। ਗੌੜੀ ਪੂਰਬੀ ਮਹਿਲਾ ਚੌਥਾ। ਤੁਮ ਦਇਆਲ ਸਰਬ ਦੁਖ ਭੰਜਨ, ਇੱਕ ਬਿਨੋ ਸੁਨੋ ਦੇ ਕਾਨੇ। ਹੇ ਪ੍ਰਮਾਤਮਾ, ਤੁਸੀਂ ਦਇਆਲ ਹੋ, ਸਾਰਿਆਂ ਦੇ ਦੁੱਖ ਦੂਰ ਕਰਨ ਦੇ ਸਮਰੱਥ ਹੋ। ਤੁਮ ਦਇਆਲ ਸਰਬ ਦੁਖ ਭੰਜਨ, ਇੱਕ ਬਿਨੋ ਸੁਨੋ ਦੇ ਕਾਨੇ। ਦੇ ਕਾਨੇ ਤੋਂ ਭਾਵ ਕਿ ਆਪਣੇ ਕੰਨ ਦੇ ਕੇ ਭਾਵ ਧਿਆਨ ਦੇ ਨਾਲ। ਕਹਿੰਦੇ ਹੇ ਪ੍ਰਮਾਤਮਾ, ਧਿਆਨ ਦੇ ਨਾਲ ਮੇਰੀ ਇੱਕ ਬੇਨਤੀ, ਇੱਕ ਅਰਜ਼ੋਈ ਸੁਣੋ। ਜਿਸ ਤੇ ਤੁਮ ਹਰ ਜਾਣੇ ਸੁਆਮੀ, ਸੋ ਸਤਿਗੁਰ ਮੇਲ ਮੇਰਾ ਪ੍ਰਾਨੇ। ਕਹਿੰਦੇ ਮੈਨੂੰ ਉਹ ਸਤਿਗੁਰੂ ਮਿਲਾ ਦਿਓ ਜੋ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੇ ਜਿਹੜਾ ਤੁਹਾਡੇ ਨਾਲ ਮੇਰੀ ਜਾਣ ਪਛਾਣ ਕਰਵਾਉਣ ਦੇ ਸਮਰੱਥ ਹੈ, ਮੈਨੂੰ ਉਹਦੇ ਨਾਲ ਮਿਲਾਪ ਕਰਵਾ ਦਿਓ। ਇਹ ਅਰਜ਼ੋਈ ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਕਰ ਰਹੇ ਹਨ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਕਹਿੰਦੇ ਹੇ ਰਾਮ, ਅਸੀਂ ਭਾਵ ਕਿ ਮੈਂ ਸੱਚੇ ਗੁਰੂ ਨੂੰ ਪਰਮਾਤਮਾ ਦੇ ਬਰਾਬਰ ਦਾ ਮੰਨਿਆ ਹੈ। ਹਮ ਮੂੜ ਮੁਗਧ ਅਸੁੱਧ ਮਤ ਹੋਤੇ, ਮੈਂ ਮੂਰਖ ਸਾਂ, ਅਣਜਾਣ ਸਾਂ, ਭੈੜੀ ਮਤ ਵਾਲਾ ਸਾਂ। ਗੁਰ ਸਤਿਗੁਰ ਕੈ ਬਚਨ ਹਰ ਹਮ ਜਾਣੇ। ਰਹਾਉ। ਇਹ ਤੇ ਸਤਿਗੁਰੂ ਦੀ ਕਿਰਪਾ ਹੋਈ, ਉਹਨਾਂ ਨੇ ਮੈਨੂੰ ਆਪਣੇ ਉਪਦੇਸ਼ ਦਿੱਤੇ, ਤਾਂ ਮੈਂ ਉਹਨਾਂ ਉਪਦੇਸ਼ਾਂ ਦੀ ਬਰਕਤ ਦੇ ਨਾਲ ਪ੍ਰਮਾਤਮਾ ਨੂੰ ਜਾਣ ਸਕਿਆ ਹਾਂ। ਗੁਰ ਸਤਿਗੁਰ ਕੈ ਬਚਨ, ਸੱਚੇ ਗੁਰੂ ਦੇ ਬਚਨਾਂ ਦੇ ਕਰਕੇ ਹਰ ਹਮ ਜਾਣੇ, ਉਸ ਪ੍ਰਮਾਤਮਾ ਨੂੰ ਮੈਂ ਜਾਣਿਆ। ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਗੁਰੂ ਜੀ ਅਰਜ਼ੋਈ ਕਰ ਰਹੇ ਹਨ ਉਸ ਪਰਮਾਤਮਾ ਦੇ ਅੱਗੇ ਕਿ ਮੈਨੂੰ ਸੱਚੇ ਗੁਰੂ ਦੇ ਨਾਲ ਮਿਲਾਓ, ਤੇ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਸੱਚੇ ਗੁਰੂ ਨੂੰ ਪਰਮਾਤਮਾ ਦੇ ਬਰਾਬਰ ਦਾ ਮੰਨਦਾ ਹਾਂ, ਕਿਉਂਕਿ ਹੁਣ ਉਹਨਾਂ ਨੇ ਸੱਚੇ ਗੁਰੂ ਦਾ ਮਿਲਾਪ ਹਾਸਲ ਕਰ ਲਿਆ ਹੈ। ਤੇ ਕਹਿੰਦੇ ਹਨ ਕਿ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹੀ ਮੈਂ ਪਰਮਾਤਮਾ ਨੂੰ ਜਾਣ ਸਕਿਆ ਹਾਂ। ਜਿਤਨੇ ਰਸ ਅਨ ਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ। ਇਸ ਦੁਨੀਆ ਦੇ ਵਿੱਚ ਵਿਚਰਦੇ ਹੋਏ ਮੈਂ ਜਿੰਨੇ ਵੀ ਰਸ ਚੱਖੇ ਹਨ, ਜਿੰਨੇ ਵੀ ਭੋਜਨ ਖਾਧੇ ਹਨ, ਉਹ ਸਾਰੇ ਹੀ ਮੈਨੂੰ ਫਿੱਕੇ ਜਾਪਦੇ ਹਨ।
ਤੇ ਜਦੋਂ ਦਾ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਚੱਖ ਲਿਆ ਹੈ ਤਾਂ ਉਹ ਮੈਨੂੰ ਬੜਾ ਮਿੱਠਾ ਲੱਗਿਆ ਹੈ, ਜਿਵੇਂ ਕਿ ਗੰਨੇ ਦਾ ਰਸ ਮਿੱਠਾ ਹੁੰਦਾ ਹੈ। ਹੁਣ ਇਹਨੂੰ ਥੋੜ੍ਹਾ ਜਿਹਾ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਕਿਹਾ ਕਿ ਜਿੰਨੇ ਵੀ ਰਸ ਮੈਂ ਚੱਖੇ ਉਹ ਸਾਰੇ ਹੀ ਫਿੱਕੇ ਨੇ, ਤੇ ਦੂਜੀ ਪੰਕਤੀ ਦੇ ਵਿੱਚ ਗੰਨੇ ਦੇ ਰਸ ਦੀ ਗੱਲ ਕੀਤੀ ਤੇ ਇਹ ਦੱਸਿਆ ਕਿ ਪਰਮਾਤਮਾ ਦਾ ਨਾਮ ਗੰਨੇ ਦੇ ਰਸ ਵਾਂਗ ਮਿੱਠਾ ਹੈ। ਤਾਂ ਜੇਕਰ ਪਹਿਲਾਂ ਚੱਖੇ ਹੋਏ ਰਸ ਸਾਰੇ ਫਿੱਕੇ ਸਨ ਤਾਂ ਗੰਨੇ ਦਾ ਰਸ ਮਿੱਠਾ ਹੈ, ਇਹ ਕਿੱਦਾਂ ਪਤਾ ਚੱਲਿਆ? ਸਾਧ ਸੰਗਤ ਜੀ, ਫਰਕ ਹੈ, ਇੱਕ ਸਵਾਦ ਹੈ, ਇੱਕ ਰਸ ਹੈ ਜਿਹੜਾ ਸਾਡੀ ਜੀਭ ਮਹਿਸੂਸ ਕਰਦੀ ਹੈ, ਤੇ ਇੱਕ ਰਸ ਹੈ ਜਿਹੜਾ ਸਾਡਾ ਮਨ ਮਹਿਸੂਸ ਕਰਦਾ ਹੈ। ਗੰਨੇ ਦਾ ਰਸ ਜੀਭ ਨੂੰ ਮਿੱਠਾ ਲੱਗਦਾ ਹੈ, ਪਰਮਾਤਮਾ ਦਾ ਰਸ, ਉਹਦਾ ਨਾਮ ਰਸ, ਸਾਡੇ ਮਨ ਨੂੰ ਮਿੱਠਾ ਲੱਗਦਾ ਹੈ। ਜਿਹੜੇ ਦੁਨੀਆ ਭਰ ਦੇ ਸਵਾਦਲੇ ਭੋਜਨ ਨੇ, ਉਹਨਾਂ ਦੇ ਜੋ ਰਸ ਨੇ ਉਹ ਸਾਡੀ ਜੀਭ ਨੂੰ ਤੇ ਮਿੱਠੇ ਲੱਗ ਸਕਦੇ ਨੇ, ਪਰ ਸਾਡੇ ਮਨ ਦੇ ਲਈ ਉਹ ਫਿੱਕੇ ਹੀ ਰਹਿੰਦੇ ਨੇ। ਪਰ ਜੋ ਪਰਮਾਤਮਾ ਦਾ ਨਾਮ ਰਸ ਹੈ, ਜਦੋਂ ਅਸੀਂ ਪਰਮਾਤਮਾ ਦੀ ਬਾਣੀ ਪੜ੍ਹਦੇ ਹਾਂ ਤਾਂ ਜੀਭ ਤੇ ਕੋਈ ਮਿੱਠਾਪਨ ਮਹਿਸੂਸ ਨਹੀਂ ਕਰਦੇ। ਸਾਨੂੰ ਕੋਈ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਕੋਈ ਮਿੱਠੀ ਚੀਜ਼ ਜਾਂ ਰਸ ਭਰੀ ਚੀਜ਼ ਖਾ ਰਹੇ ਹਾਂ, ਪਰ ਸਾਡੇ ਮਨ ਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਕੋਈ ਰਸ ਭਰੀ ਚੀਜ਼ ਮਿਲ ਰਹੀ ਹੈ। ਇਹ ਫਰਕ ਹੈ। ਜਿਨ ਕੋ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਕਤ ਮੂੜ ਦੀਵਾਨੇ, ਇਨਕੇ ਕਰਮਹੀਨ ਧੁਰ ਪਾਏ, ਦੇਖ ਦੀਪਕ ਮੋਹ ਪਛਾਨੇ। ਜਿਨ੍ਹਾਂ ਮਨੁੱਖਾਂ ਨੂੰ ਸੱਚਾ ਗੁਰੂ ਨਹੀਂ ਮਿਲਦਾ, ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਉਹ ਸਾਕਤ ਰਹਿੰਦੇ ਹਨ, ਪਰਮਾਤਮਾ ਵੱਲੋਂ ਟੁੱਟੇ ਰਹਿੰਦੇ ਹਨ, ਮੂੜ ਦੀਵਾਨੇ, ਮਾਇਆ ਦੇ ਮੋਹ ਦੇ ਵਿੱਚ ਦੀਵਾਨੇ ਹੋਏ, ਝੱਲੇ ਹੋਏ ਫਿਰਦੇ ਰਹਿੰਦੇ ਹਨ, ਪਰ ਉਹਨਾਂ ਦਾ ਕੋਈ ਦੋਸ਼ ਨਹੀਂ ਹੈ। ਤਿਨਕੇ ਕਰਮਹੀਨ ਧੁਰ ਪਾਏ, ਇਹ ਨੀਵੇਂ ਕਾਰਜ ਧੁਰ ਦਰਗਾਹ ਤੋਂ ਹੀ ਉਹਨਾਂ ਦੇ ਲੇਖਾਂ ਦੇ ਵਿੱਚ ਲਿਖੇ ਲਿਖਾਏ ਉਹਨਾਂ ਨੂੰ ਮਿਲੇ ਹਨ। ਉਹ ਮਾਇਆ ਦੇ ਮੋਹ ਦੇ ਵਿੱਚ ਇਸ ਪ੍ਰਕਾਰ ਸੜਦੇ ਰਹਿੰਦੇ ਹਨ, ਜਿਸ ਤਰ੍ਹਾਂ ਕਿ ਦੀਪਕ ਨੂੰ ਦੇਖ ਕੇ ਪਤੰਗਾ ਸੜਦਾ ਹੈ। ਪਤੰਗੇ ਨੂੰ ਨਹੀਂ ਪਤਾ ਲੱਗਦਾ ਕਿ ਉਹ ਆਪਣੇ ਆਪ ਨੂੰ ਅੱਗ ਦੇ ਵਿੱਚ ਪਾ ਰਿਹਾ ਹੈ, ਉਹਨੂੰ ਉਹ ਅੱਗ ਸਿਰਫ ਚੰਗੀ ਲੱਗਦੀ ਹੈ। ਉਸੇ ਪ੍ਰਕਾਰ ਹੀ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਮਾਇਆ ਪਿੱਛੇ ਦੌੜ ਕੇ ਉਹ ਆਪਣੇ ਮਨ ਨੂੰ ਅਗਨੀ ਦੇ ਵਿੱਚ ਝੋਕ ਰਿਹਾ ਹੈ, ਉਹਨੂੰ ਸਿਰਫ ਮਾਇਆ ਚੰਗੀ ਲੱਗਦੀ ਹੈ। ਜਿਨ ਕੋ ਤੁਮ ਦਇਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ। ਤੇ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਉੱਤੇ ਤੁਸੀਂ ਦਇਆ ਕਰਦੇ ਹੋ ਤੇ ਉਹਨਾਂ ਨੂੰ ਸੱਚੇ ਗੁਰੂ ਦੇ ਨਾਲ ਮਿਲਾ ਦਿੰਦੇ ਹੋ, ਉਹ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ। ਜਨ ਨਾਨਕ ਹਰ 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 ਜਪ ਪ੍ਰਗਟੇ, ਮਤ ਗੁਰਮਤਿ ਨਾਮ ਸਮਾਨੇ। ਉਹ ਭਾਗਾਂ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਚਮਕ ਪੈਂਦੇ ਹਨ, ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਹਮੇਸ਼ਾ ਲੀਨ ਰਹਿੰਦੇ ਹਨ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169ਵੇਂ ਅੰਗ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਬੜੇ ਹੀ ਵਧੀਆ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਕਾਲ ਦੇ ਬਾਰੇ 'ਚ ਅਤੇ ਰਸਾਂ ਦੇ ਬਾਰੇ ਦੇ ਵਿੱਚ ਇਸ ਅੰਗ ਦੀ ਬਾਣੀ ਦੇ ਰਾਹੀਂ ਸਮਝਾਇਆ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਦੋਨੋਂ ਹੀ ਚੀਜ਼ਾਂ ਬੜੀਆਂ ਵਧੀਆ ਢੰਗ ਦੇ ਨਾਲ ਸਮਝ ਆ ਗਈਆਂ ਹੋਣਗੀਆਂ। ਆਓ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕਰੀਏ ਗੁਰੂ ਦੀ ਬਾਣੀ ਦੇ ਨਾਲ ਜੁੜਨ ਦੇ ਲਈ, ਤਾਂ ਕਿ ਉਹ ਵੀ ਇਹ ਜੋ ਕਨਸੈਪਟ ਨੇ ਇਹ ਸਾਰੇ ਸਮਝ ਸਕਣ, ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲਾਗੂ ਕਰਕੇ ਆਪਣੀਆਂ ਜ਼ਿੰਦਗੀਆਂ ਨੂੰ ਸੋਹਣੀਆਂ ਬਣਾ ਸਕਣ। ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।